ਹੁਣ ਆਪਾਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵੱਲ ਝਾਤ ਮਾਰਦੇ ਹਾਂ। ਸਤਿਗੁਰੂ ਮਹਾਰਾਜ ਦਾ ਇੱਕ ਪਵਿੱਤਰ ਪਾਵਨ ਬਚਨ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਲਿਖੇ ਬਾਝੋਂ ਸੁਰਤ ਨਾਹੀ, ਬੋਲ ਬੋਲ ਗਵਾਈਐ। ਵੀ ਜਿੰਨੀ ਦੇਰ ਤੱਕ ਅਸੀਂ ਕਿਸੇ ਬੋਲੇ ਹੋਏ ਸ਼ਬਦ ਨੂੰ ਅੱਖਰਾਂ ਦੇ ਰਾਹੀਂ ਨਹੀਂ ਸਾਂਭਦੇ, ਉਨੀ ਦੇਰ ਤੱਕ ਉਹ ਗਵਾਉਣ ਦੇ ਬਰਾਬਰ ਹੈ। ਕਿਉਂਕਿ ਮਨੁੱਖੀ ਇਹ ਫਿਤਰਤ ਹੈ, ਮਨੁੱਖ ਦੀ ਜੀਵਨ ਦੀ ਇਹੋ ਜਿਹੀ ਘਾੜਤ ਹੈ ਵੀ ਇਹ ਬੋਲ ਕਿਸੇ ਦੇ ਕੋਲੋਂ ਸੁਣੇ, ਉਹ ਲੰਬਾ ਸਮਾਂ ਉਹਨੂੰ ਯਾਦ ਨਹੀਂ ਰੱਖ ਸਕਦਾ। ਸਮਾਂ ਬਤੀਤ ਹੋਣ ਦੇ ਨਾਲ ਭੁੱਲ ਜਾਂਦੇ ਨੇ। ਅੱਜ ਜੇ ਕੋਈ ਮਨੁੱਖ ਅੱਧਾ ਘੰਟਾ ਕਿਸੇ ਦੇ ਨਾਲ ਵਿਚਾਰ ਸਾਂਝੀ ਕਰੇ, ਉਹਦੇ ਵਿੱਚੋਂ ਉਹ 60-70% ਉਹਨੂੰ ਯਾਦ ਕਰ ਸਕਦਾ ਹੈ। ਕਈਆਂ ਦੀ ਬਹੁਤ ਤੀਖਣ ਬੁੱਧੀ ਹੋਇਆ ਕਰਦੀ ਹੈ, ਪਰ ਸਮਾਂ ਪਾਉਣ ਤੋਂ ਬਾਅਦ ਉਹ ਵੀ ਹੌਲੀ ਹੌਲੀ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਨੇ ਇਹ ਅਟਲ ਸਚਾਈ ਬਾਣੀ ਦੇ ਅੰਦਰ ਦੱਸ ਦਿੱਤੀ ਵੀ ਜੇ ਉਹਨਾਂ ਬੋਲਾਂ ਨੂੰ ਸਾਂਭ ਲਿਆ ਜਾਵੇ ਲਿਖ ਕਰਕੇ, ਤੇ ਉਹਨਾਂ ਨੂੰ ਮੁੜ ਪੜ੍ਹ ਕਰਕੇ, ਤੇ ਸਦੀਵੀ ਉਹਨਾਂ ਨੂੰ ਦੁਨੀਆ ਤੱਕ ਪਹੁੰਚਾਇਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਵੀ ਲਾਭ ਲੈ ਸਕਦੀਆਂ ਨੇ। ਇਸੇ ਕਰਕੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਜਿਹੜੇ ਰੱਬੀ ਬੋਲ ਉਹਨਾਂ ਨੂੰ ਪ੍ਰਾਪਤ ਹੋਏ, ਧੁਰ ਕੀ ਬਾਣੀ ਜਿਹੜੀ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਵੀ ਮੈਨੂੰ ਇਹ ਹੁਕਮ ਹੋਇਆ ਵੀ ਦੁਨੀਆ ਦੇ ਅੰਦਰ ਉਹਨਾਂ ਨੂੰ ਸੱਚ ਦਾ ਮਾਰਗ ਦਰਸਾਇਆ ਜਾਵੇ। ਤੇ ਸਤਿਗੁਰੂ ਮਹਾਰਾਜ ਵੱਖ-ਵੱਖ ਸਥਾਨਾਂ ਦੇ ਉੱਤੇ ਭੁੱਲੇ ਭਟਕੇ ਲੋਕਾਂ ਨੂੰ, ਜਿਹੜੇ ਲੋਕ ਕੁਰਾਹੇ ਪਏ ਹੋਏ ਸਨ, ਉਹਨਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਮਹਾਰਾਜ ਨੇ ਲੰਬੀਆਂ ਉਦਾਸੀਆਂ ਵੀ ਕੀਤੀਆਂ। ਵੱਖ-ਵੱਖ ਸਥਾਨਾਂ ਦੇ ਉੱਤੇ ਵੀ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਨੇ ਉਹਨਾਂ ਬੋਲਾਂ ਨੂੰ ਆਪ ਤੇ ਕੁਝ ਸਤਿਗੁਰੂ ਮਹਾਰਾਜ ਦੇ ਸ਼ਰਧਾਲੂ ਸਿੱਖ ਜਿਹੜੇ ਸਨ, ਉਹਨਾਂ ਸਿੱਖਾਂ ਨੇ ਇਸ ਬਾਣੀ ਨੂੰ ਲਿਖ ਕਰਕੇ ਸੰਭਾਲਿਆ। ਪੁਰਾਤਨ ਜਨਮ ਸਾਖੀ ਜਿਹੜੀ ਕਿ 1588 ਦੇ ਵਿੱਚ ਲਿਖੀ ਗਈ, ਉਹਦੀਆਂ ਸਾਖੀਆਂ ਦੇ ਵਿੱਚ ਇਸ ਗੱਲ ਦੀ ਗਵਾਹੀ ਸਾਨੂੰ ਮਿਲਦੀ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸੈਦਪੁਰ ਦੀ ਧਰਤੀ ਦੇ ਉੱਤੇ ਜਿਤਨਾ ਸਮਾਂ ਵਿਚਰੇ ਨੇ, ਉੱਥੇ ਸਤਿਗੁਰੂ ਮਹਾਰਾਜ ਦਾ ਇੱਕ ਸ਼ਰਧਾਲੂ ਸਿੱਖ ਸੀ, ਝਾੜੂ ਕਲਾਲ। ਉਸ ਭਾਈ ਝਾੜੂ ਕਲਾਲ ਨੇ ਸਤਿਗੁਰੂ ਵੱਲੋਂ ਲੋਕਾਂ ਨੂੰ ਉਪਦੇਸ਼ ਦੇ ਰੂਪ ਦੇ ਵਿੱਚ ਜੋ ਬੋਲ ਸੁਣਾਏ, ਦੱਸੇ, ਉਹਨਾਂ ਨੂੰ ਅੰਕਿਤ ਕਰਕੇ ਸਾਂਭਿਆ। ਫਿਰ ਸਤਿਗੁਰੂ ਮਹਾਰਾਜ ਲੰਬੇ ਦੂਰ ਦਰਾਡੇ ਉਦਾਸੀਆਂ ਦੇ ਰੂਪ ਦੇ ਵਿੱਚ ਗਏ ਨੇ। ਉਹਨਾਂ ਉਦਾਸੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਨਾਲ ਇੱਕ ਸੈਦੋ ਘੇਹੋ ਨਾਮ ਦਾ ਗੁਰੂ ਕਾ ਸਿੱਖ ਸੀ। ਉਹ ਸਤਿਗੁਰੂ ਮਹਾਰਾਜ ਦੇ ਨਾਲ ਜਾਂਦਾ ਹੈ। ਰਾਜਾ ਸ਼ਿਵਨਾਗ, ਦੱਖਣ ਦੀ ਉਦਾਸੀ, ਸਿੱਧਾਂ ਦੇ ਨਾਲ ਗੋਸ਼ਟ, ਇਹਨਾਂ ਸਾਰੀਆਂ ਇਲਾਕਿਆਂ ਦੇ ਵਿੱਚ ਲੰਬਾ ਸਮਾਂ ਇਹ ਭਾਈ ਸੈਦੋ ਘੇਹੋ ਨਾਲ ਰਹਿੰਦਾ ਏ ਤੇ ਉਹ ਰੱਬੀ ਬੋਲ ਜਿਹੜੇ ਨੇ ਉਹ ਲਿਖਦਾ ਹੈ। ਫਿਰ ਖਿਆਲ ਕਰਨਾ, ਜਦੋਂ ਸਤਿਗੁਰੂ ਮਹਾਰਾਜ ਸਿੱਧਾਂ ਵੱਲ ਗਏ ਨੇ, ਉਸ ਵਕਤ ਵੀ ਸਤਿਗੁਰੂ ਮਹਾਰਾਜ ਦੇ ਨਾਲ ਦੋ ਗੁਰੂ ਕੇ ਸਿੱਖ ਨੇ, ਇੱਕ ਹੰਸੂ ਲੋਹਾਰ ਤੇ ਇੱਕ ਗੁਰੂ ਕਾ ਸਿੱਖ ਸ਼ੀਹਾ ਸ਼ਿੰਬਾ। ਇਹ ਸਤਿਗੁਰੂ ਮਹਾਰਾਜ ਦੇ ਨਾਲ ਸਨ। ਇਹਨਾਂ ਨੇ ਉਹ ਰੱਬੀ ਬੋਲ ਜਿਹੜੇ ਨੇ ਉਹਨਾਂ ਨੂੰ ਅੰਕਿਤ ਕੀਤਾ ਤੇ ਸੰਭਾਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਲਗਭਗ 3.5 ਸਾਲ ਮੋਦੀ ਦੀ ਇੱਥੇ ਨੌਕਰੀ ਕਰਦੇ ਨੇ। ਇੱਥੇ ਸਤਿਗੁਰੂ ਮਹਾਰਾਜ ਦੇ ਕੋਲ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਆਇਆ ਸੀ। ਇਹ ਮਨਸੁਖ ਵੀ ਲਖਾਰੀ ਸੀ, ਭਾਵੇਂ ਕਿ ਇਹ ਵਪਾਰ ਵੀ ਕਰਦਾ ਸੀ। ਇਸ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਜਿਹੜੇ ਨੇ ਉਹਨਾਂ ਨੂੰ ਲਿਖ ਕਰਕੇ ਸੰਭਾਲਿਆ ਪੋਥੀ ਦੇ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਬੋਲ ਆਪ ਵੀ ਖੁਦ ਲਿਖਿਆ ਕਰਦੇ ਸਨ। ਇਵੇਂ ਸਤਿਗੁਰੂ ਮਹਾਰਾਜ ਉਹ ਸਾਰੇ ਰੱਬੀ ਬੋਲ ਜਿਹੜੇ ਸਨ, ਉਹਨਾਂ ਰੱਬੀ ਬੋਲਾਂ ਨੂੰ ਇੱਕ ਪੋਥੀ ਦੇ ਵਿੱਚ ਸਤਿਗੁਰੂ ਮਹਾਰਾਜ ਤਿਆਰ ਕਰ ਰਹੇ ਸਨ। ਔਰ ਇਸ ਗੱਲ ਦੀ ਗਵਾਹੀ ਵੀ
ਸਾਨੂੰ ਮਿਲਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚੋਂ। ਸਤਿਗੁਰੂ ਮਹਾਰਾਜ ਦੀ ਉਸ ਇਤਿਹਾਸਕ ਫੇਰੀਆਂ ਉਦਾਸੀਆਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਵਰਣਨ ਕਰਦੇ ਨੇ ਤੇ ਕਹਿੰਦੇ ਨੇ ਆਸਾ ਹੱਥ ਕਿਤਾਬ ਕਸ਼, ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਸੋਟਾ ਤੇ ਦੂਸਰਾ ਸਤਿਗੁਰੂ ਮਹਾਰਾਜ ਦੇ ਕੋਲ ਇੱਕ ਕਿਤਾਬ। ਉਸ ਕਿਤਾਬ ਦਾ ਮਤਲਬ ਵੀ ਉਹ ਪੋਥੀ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਉਹ ਬੋਲ ਲਿਖਿਆ ਕਰਦੇ ਸਨ। ਫਿਰ ਦੂਸਰੀ ਗਵਾਹੀ ਫਿਰ ਸਾਨੂੰ ਮਿਲਦੀ ਹੈ ਵੀ ਜਦੋਂ ਸਤਿਗੁਰੂ ਮਹਾਰਾਜ ਮੱਕੇ ਕਾਬੇ ਦੀ ਧਰਤੀ ਦੇ ਉੱਤੇ ਜਾਂਦੇ ਨੇ ਤੇ ਉੱਥੇ ਵੀ ਉਹ ਹਾਜੀ ਕਾਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦੇ ਨੇ। ਜਦੋਂ ਉਹ ਵਿਚਾਰ ਚਰਚਾ ਵਿੱਚ ਹਾਰ ਜਾਂਦੇ ਨੇ ਤੇ ਫਿਰ ਪੁੱਛਦੇ ਨੇ, ਕਹਿੰਦੇ ਨੇ ਵੀ ਬਾਬਾ ਸਾਨੂੰ ਦੱਸ ਵੀ ਹਿੰਦੂ ਵੱਡਾ ਏ ਕਿ ਮੁਸਲਮਾਨ ਵੱਡਾ ਹੈ। ਪਰ ਆਪਣੀ ਜਵਾਨੀ ਕਲਾਮੀ ਨਹੀਂ, ਸਾਨੂੰ ਆਪਣੇ ਹੱਥ ਵਿੱਚ ਜਿਹੜੀ ਪੋਥੀ ਹੈ ਇਸ ਪੋਥੀ ਦੇ ਵਿੱਚੋਂ ਪੜ੍ਹ ਕੇ ਦੱਸ ਕਿ ਮੁਸਲਮਾਨ ਵੱਡਾ ਏ ਕਿ ਹਿੰਦੂ ਵੱਡਾ ਏ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਸਤਿਗੁਰੂ ਮਹਾਰਾਜ ਨੇ ਉੱਥੇ ਵੀ ਉਹਨਾਂ ਨੂੰ ਉਪਦੇਸ਼ ਦਿੱਤਾ। ਇਹ ਸਾਰੀਆਂ ਇਤਿਹਾਸਕ ਘਟਨਾ ਸਾਨੂੰ ਇਹ ਦੱਸਦੀਆਂ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਉਹ ਰੱਬੀ ਬੋਲ ਪਰਮੇਸ਼ਰ ਦੇ ਨਾਲ ਇੱਕ ਸੁਰ ਹੋਣ ਤੋਂ ਬਾਅਦ ਜਿਹੜੇ ਪ੍ਰਾਪਤ ਹੋਏ ਉਹਨਾਂ ਨੂੰ ਸੰਭਾਲਿਆ। ਫਿਰ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਤੇ ਉਸ ਵਕਤ ਫਿਰ ਉਹ ਸਾਰੀ ਪਾਵਨ ਬਾਣੀ ਜਿਹੜੀ ਸੀ, ਔਰ ਇੱਥੇ ਗੱਲ ਇੱਕ ਹੋਰ ਯਾਦ ਰੱਖਿਓ ਵੀ ਬਹੁਤਾਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਗਤਾਂ ਦੀ ਬਾਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿੱਥੇ ਜਿੱਥੇ ਵੀ ਗਏ ਉੱਥੇ ਜਿਹੜੇ ਜਿਹੜੇ ਮਹਾਪੁਰਸ਼ ਉਹਨਾਂ ਨੂੰ ਮਿਲੇ। ਮਿਸਾਲ ਦੇ ਤੌਰ ਤੇ ਰਾਜਸਥਾਨ ਦੀ ਧਰਤੀ ਦੇ ਉੱਤੇ ਗਏ ਭਾਈ ਭਗਤ ਧੰਨਾ ਜੀ, ਉਹਨਾਂ ਨੂੰ ਮਿਲੇ। ਉਹਨਾਂ ਦੇ ਰੱਬੀ ਬੋਲ ਸਤਿਗੁਰੂ ਮਹਾਰਾਜ ਨੇ ਉਤਾਰਾ ਕਰਕੇ ਆਪਣੀ ਪੋਥੀ ਦੇ ਵਿੱਚ ਲਿਖ ਲਏ। ਸਤਿਗੁਰੂ ਮਹਾਰਾਜ ਬਨਾਰਸ ਦੀ ਧਰਤੀ ਦੇ ਉੱਤੇ ਗਏ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਹੋਰ ਉੱਥੇ ਅਨੇਕਾਂ ਜਿਹੜੇ ਆਲੇ ਦੁਆਲੇ ਭਗਤ ਸਨ ਵਸਨੀਕ, ਉਹਨਾਂ ਦੇ ਉਹ ਰੱਬੀ ਬੋਲ ਸਤਿਗੁਰੂ ਮਹਾਰਾਜ ਨੇ ਉਤਾਰਾ ਕਰਕੇ ਆਪਣੀ ਪੋਥੀ ਦੇ ਵਿੱਚ ਲਿਖ ਲਏ। ਭਗਤ ਨਾਮਦੇਵ ਜੀ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਸਨ, ਉੱਥੇ ਗਏ। ਪਾਕਪਟਨ ਦੀ ਧਰਤੀ ਦੇ ਉੱਤੇ ਬਾਬਾ ਫਰੀਦ ਜੀ ਸਨ, ਉੱਥੇ ਗਏ। ਕਹਿਣ ਤੋਂ ਭਾਵ ਜਿੱਥੇ ਉਹਨਾਂ ਨੂੰ ਉਹ ਮਹਾਪੁਰਸ਼ ਪਿਆਰੇ ਜਿਹੜੇ ਅੱਲਾ ਦੇ ਨਾਲ ਇੱਕ ਸੁਰ ਹੋਏ ਬੈਠੇ ਸਨ, ਉਹਨਾਂ ਦੇ ਰੱਬੀ ਬੋਲਾਂ ਨੂੰ ਸਤਿਗੁਰੂ ਮਹਾਰਾਜ ਨੇ ਆਪਣੀ ਪੋਥੀ ਦੇ ਵਿੱਚ ਉਤਾਰ ਕਰਕੇ ਸੰਭਾਲ ਲਏ। ਤੇ ਇਹ ਸਾਰਾ ਖਜ਼ਾਨਾ ਬਾਣੀ ਦਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਉਸ ਵਕਤ ਉਹ ਸੌਂਪ ਦਿੱਤਾ। ਇਹ ਵੀ ਜਨਮ ਸਾਖੀ ਨੇ ਸਾਂਭ ਕੇ ਰੱਖੇ ਹੋਏ ਬੋਲ ਨੇ। ਤਿਤ ਮਹਿਲ ਜੋ ਸ਼ਬਦ ਹੋਵਾ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਵੀ ਪਹਿਲੇ ਮਹਿਲ ਦੇ ਅੰਦਰ ਜਾਮੇ ਦੇ ਅੰਦਰ ਜੋ ਸ਼ਬਦ ਪ੍ਰਾਪਤ ਹੋਏ ਉਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਪ੍ਰਾਪਤ ਹੋ ਗਏ।